गौड़ी कबीर जी। गर्भवास में कुल नहीं जाती, ब्रह्म बिंद ते सब उत्पाती। कहोरे पंडित बामण कब के होए, बामण कह कह जन्म मत खोए। रहाओ जो तू ब्राह्मण ब्राह्मणी जाया, तो आन बाट काहे नहीं आया। तुम कत ब्राह्मण हम कत सूद, हम कत लोहू तुम कत दूध। कहो कबीर जो ब्रह्म विचारे, सो ब्राह्मण कहियत है हमारे। वाहिगुरु जी का खालसा, वाहिगुरु जी की फतेह। भगत कबीर जी ने ठीक निर्णय किया है कि मनुखी समाज के अंदर तरह तरह दियां वंडां पाउण वाले मनु सिमरती दे कानून ने ये वर्ण वंड पैदा की है। और इस वर्ण वंड विच चार हिस्सों में समाज नूं वंड दिता गया। ब्राह्मण, खतरी, वैश्य ते शूदर। ब्राह्मण ने यह थ्योरी बना ली कि मैं ब्रह्मा दे मुख विचों पैदा होया, इसलिए मैं ते हाँ ब्राह्मण। जिहड़ा खतरी है बाहां विचों पैदा होया, इसलिए वो खतरी। जिहड़ा वैश्य है वो होर अंगां विचों पैदा होया, ते शूदर जिहड़ा वो पैरां चों पैदा होया। इस वर्ण वंड दे नाल ब्राह्मण ने अपनी मोनोपली बना ली। बहुत लंबी बात करिए तो बड़ा समा चाहिए। ये गल अज भी साडे सामने है और इस वर्ण वंड के कारण साडा सारा समाज खेरू खेरू है। जदों कि गुरबाणी इस गल नाल किसी भी तरह सहमत नहीं। गुरबाणी का फैसला ये है, अगे जात न जोर है, अगे जियो नमे। जिनकी लेखै पत पवै, चंगे सही के। तथा जात का गर्भ न करियो कोई, ब्रह्म बिंदे सो ब्राह्मण होई। फक्कड़ जाति फक्कड़ नाओ, सबना जियां इक्का छाओ। नीचा अंदर नीच जात, नीची हूँ अत नीच। नानक तिन के संग साथ, वड्डियां स्यों कै रीस। जदों गुरबाणी का यह फैसला पढ़ते हाँ कि सब में जोत जोत है सोए, तिसते चानण सब में चानण होए। श्री गुरु नानक देव जी तो लैके 10वें पातशाह श्री गुरु गोबिंद सिंह जी तक जे सिख धर्म का इतिहास पढ़ लिया जाए तो सारे भुलेखे दूर हो जाते। जदों कलगियां वाले पातशाह ने इस सिक्खी सिद्धांत दे महल नूं फाइनल टच दिता ते 5 प्यारियां दी चोण कीती। आनंदपुर साहिब की धरती ते केसगढ़ के मैदान विच 80,000 विचों जिहड़ा 5 की चोण की, वो कौन कौन सन, किहड़ी किहड़ी जात दे सन। गुरु महाराज ने उन्हां सारियां नूं एक बाटे विच अमृत छकाया ते उन्हां नूं खालसे की उपाधि दिती। पर अज अफसोस नाल कहना पैंदा कि कोई बहुत लंबा समा नहीं होया, अज सिखां ने भी
ਆਪਣੇ ਇਤਿਹਾਸ ਨੂੰ ਭੁੱਲ ਕੇ ਕਈ ਤਰ੍ਹਾਂ ਦੀਆਂ ਵਰਨ ਵੰਡਾਂ ਪਾ ਲਈਆਂ ਹਨ, ਜਿਸ ਦੇ ਨਤੀਜੇ ਵਜੋਂ ਇੱਕ ਪਿੰਡ ਵਿੱਚ ਕਈ ਕਈ ਗੁਰਦੁਆਰੇ ਹਨ ਔਰ ਉਹ ਗੁਰਦੁਆਰੇ ਵੱਖ-ਵੱਖ ਬਰਾਦਰੀਆਂ ਦੇ ਨਾਮ 'ਤੇ ਹਨ। ਇਹ ਖਾਲਸਾ ਪੰਥ ਲਈ ਬੜੀ ਚਿੰਤਾਜਨਕ ਬਾਤ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਫਰਮਾਉਂਦੇ ਨੇ, इन्हीं की कृपा के सजे हम हैं, नहीं मोसों गरीब करोड़ परे। मेरा ये वर्णन करन तो भाव ਇਹ ਹੈ ਕਿ ਅੱਜ ਸਿੱਖਾਂ ਵਿੱਚ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਹ ਵਰਨ ਵੰਡ ਜਿਹੜੀ ਹੈ ਇਸ ਦਾ ਬੋਲਬਾਲਾ ਵੱਧ ਰਿਹਾ, ਜਿਸ ਦੇ ਨਤੀਜੇ ਵਜੋਂ ਸਿੱਖੀ ਪ੍ਰਫੁੱਲਤ ਨਹੀਂ ਹੋ ਰਹੀ ਔਰ ਜਿਹੜੇ ਪਛੜੀਆਂ ਸ਼੍ਰੇਣੀਆਂ ਵਿੱਚੋਂ ਸਿੰਘ ਸਜੇ ਉਹਨਾਂ ਨੂੰ ਪੂਰਾ ਆਦਰ ਮਾਣ ਨਾ ਦੇਣ ਕਰਕੇ ਉਹ ਸਿੱਖੀ ਤੋਂ ਮੂੰਹ ਮੋੜ ਰਹੇ ਨੇ। ਪਰ ਸਿੱਖ ਲੀਡਰਾਂ ਦਾ ਸਿਰਫ ਵੋਟਾਂ ਵੱਲ ਧਿਆਨ ਹੋਣ ਕਰਕੇ ਇਸ ਬੁਨਿਆਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ। ਕਿਉਂਕਿ ਭਗਤ ਕਬੀਰ ਜੀ ਦਾ ਇਹ ਸ਼ਬਦ ਹੈ ਤੇ ਭਗਤ ਕਬੀਰ ਜੀ ਦਾ ਕਾਂਸ਼ੀ ਵਿੱਚ ਰਹਿਣ ਕਰਕੇ ਰੋਜ਼ ਬ੍ਰਾਹਮਣਾਂ ਨਾਲ ਕੁਝ ਨਾ ਕੁਝ ਵਾਦ ਵਿਵਾਦ ਹੁੰਦਾ ਰਹਿੰਦਾ ਸੀ ਤੇ ਬ੍ਰਾਹਮਣ ਆਪਣੇ ਆਪ ਨੂੰ ਬ੍ਰਹਮਾ ਦੇ ਮੁਖ ਵਿੱਚੋਂ ਪੈਦਾ ਹੋਏ ਹੋਣ ਕਰਕੇ ਸਭ ਤੋਂ ਉੱਚਾ ਮੰਨਦੇ ਸਨ ਤੇ ਕਬੀਰ ਜੀ ਨੂੰ ਅਕਸਰ ਉਹ ਇਸ ਗੱਲ 'ਤੇ ਹਿੱਚ ਕਰਦੇ ਕਿ ਤੁਸੀਂ ਨੀਵੀਂ ਜਾਤ ਵਿੱਚੋਂ। ਤਾਂ ਕੁਦਰਤੀ ਗੱਲ ਹੈ, ਭਗਤ ਜੀ ਨੂੰ ਕਿਉਂਕਿ ਸਾਹਸੀ ਅਸਲੀਅਤ ਦੀ ਸਮਝ ਹੈ, ਭਗਤ ਜੀ ਨੇ ਇਸੇ ਲਈ ਕਿਹਾ, ਲੋਕ ਜਾਣੇ ਇਹ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ, ਜਿਉਂ ਕਾਂਸੀ ਉਪਦੇਸ਼ ਹੋਏ ਮਾਨੁਸ ਮਰਤੀ ਬਾਰ। ਇਹ ਬਾਣੀ ਨੂੰ ਸਿਰਫ ਮੰਤਰ ਨਾ ਸਮਝੋ, ਇਹ ਤਾਂ ਬ੍ਰਹਮ ਦੀ ਵਿਚਾਰ ਹੈ ਔਰ ਬ੍ਰਹਮ ਦੀ ਵਿਚਾਰ ਕਰਨ ਦੇ ਨਾਲ ਹੀ ਮਨੁੱਖ ਦਾ ਕਲਿਆਣ ਹੋ ਸਕਦਾ। ਜੇ ਮੈਂ ਇਸ ਸ਼ਬਦ ਦੀ ਉਥਾਨਕਾ ਵਿੱਚ ਜੋ ਵੱਖ-ਵੱਖ ਟੀਕਾਕਾਰਾਂ ਨੇ ਕਹਾਣੀਆਂ ਲਿਖੀਆਂ ਹਨ ਉਹਨਾਂ ਦਾ ਵਰਣਨ ਕਰਾਂ ਤੇ ਬਹੁਤ ਲੰਬਾ ਸਮਾਂ ਚਾਹੀਦਾ, ਪਰ ਐਸਾ ਕਹਿੰਦੇ ਹਨ ਕਿ ਬਹੁਤ ਸਾਰੇ ਬ੍ਰਾਹਮਣਾਂ ਨੇ ਰਲ ਕੇ ਭਗਤ ਕਬੀਰ ਜੀ ਨੂੰ ਇਸ ਗੱਲ 'ਤੇ ਜਿੱਚ ਕੀਤਾ ਕਿ ਤੁਸੀਂ ਸਾਡੇ ਨਾਲ ਵਿਚਾਰ ਕਰੋ, ਤੁਸੀਂ ਜੁਲਾਹੇ ਹੋ, ਨੀਵੀਂ ਜਾਤ ਵਾਲੇ ਹੋ, ਅਸੀਂ ਬ੍ਰਾਹਮਣ ਹਾਂ। ਬੜੀਆਂ ਸਾਖੀਆਂ ਹਨ, ਜੇ ਮੈਂ ਉਹਨਾਂ ਦਾ ਵਰਣਨ ਕਰਾਂ ਤੇ ਬਹੁਤ ਸਮਾਂ ਚਾਹੀਦਾ, ਪਰ ਭਗਤ ਕਬੀਰ ਜੀ ਨੇ ਨਿਰਣੇ ਦੀ ਗੱਲ ਕਰਦਿਆਂ ਕਿਹਾ, ਕਹੋ ਰੇ ਪੰਡਤ। ਬੜਾ ਸਪਸ਼ਟ ਹੈ, ਇੱਥੇ ਪੰਡਤ ਦਾ ਤੱਤਾ ਮੁਕਤਾ ਹੈ, ਨਾਲ ਰੇ ਵੀ ਆ ਗਿਆ। ਇਹ ਸੰਬੋਧਨ ਕਰਨ ਦਾ ਤਰੀਕਾ ਹੈ। ਜੇ ਪੰਡਤ ਦਾ ਤੱਤਾ ਔਂਕੜ ਹੋਵੇ ਤੇ ਇੱਕ ਪੰਡਤ ਦੀ ਗੱਲ ਹੈ, ਜੇ ਪੰਡਤ ਦਾ ਤੱਤਾ ਮੁਕਤਾ ਹੋਵੇ ਜਾਂ ਪਲੂਰਲ ਬਹੁਵਚਨ ਹੋਵੇਗਾ ਜਾਂ ਸੰਬੋਧਨ ਹੋਵੇਗਾ। ਭਗਤ ਜੀ ਨੇ ਉਹਨਾਂ ਬ੍ਰਾਹਮਣਾਂ ਦੇ ਮੁਖੀ ਨੂੰ ਸੰਬੋਧਨ ਕਰਦਿਆਂ ਕਿਹਾ, ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ। ਹੇ ਵਿਦਵਾਨ ਪੰਡਤ, ਤੂੰ ਆਪਣੇ ਆਪ ਨੂੰ ਬ੍ਰਾਹਮਣ ਕਹਿੰਦਾ ਹੈ, ਪਰ ਜ਼ਰਾ ਦੱਸਣਾ ਕਰ ਵੀ ਤੂੰ ਬ੍ਰਾਹਮਣ ਕਦੋਂ ਦਾ ਹੋਇਆ। ਸਾਧ ਸੰਗਤ, ਜੇ ਕਦੇ ਸਨਾਤਨ ਮਤ ਦੇ ਜਿਤਨੇ ਰਿਸ਼ੀ ਮੁਨੀ ਮਹਾਤਮਾ ਨੇ, ਸਾਡਾ ਮਕਸਦ ਨਹੀਂ ਕਿਸੇ 'ਤੇ ਕਟਾਕਸ਼ ਕਰਨਾ, ਸਾਡਾ ਨਿਸ਼ਾਨਾ ਗੁਰਬਾਣੀ ਦੇ ਸਿਧਾਂਤ ਨੂੰ ਉਜਾਗਰ ਕਰਨਾ, ਤਾਂ ਇਹਨਾਂ ਦੀਆਂ ਕਹਾਣੀਆਂ ਪੜ੍ਹ ਪੜ੍ਹ ਕੇ ਮੱਥਾ ਪਟਕ ਜਾਈਦਾ। ਕੋਈ ਮੱਛੀ ਦੇ ਪੇਟੋਂ ਪੈਦਾ ਹੋਇਆ, ਕੋਈ ਹੱਥਣੀ ਦੇ ਪੇਟੋਂ ਪੈਦਾ ਹੋਇਆ, ਕੋਈ ਨਾਸਕਾ ਤੋਂ ਪੈਦਾ ਹੋਇਆ, ਕੋਈ ਕਿਧਰੋਂ ਕੋਈ ਕਿਧਰੋਂ। ਕਹੁਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਖੋਏ।
ਹੁਣ ਭਗਤ ਕਬੀਰ ਜੀ ਕਿਉਂਕਿ ਸਭ ਕੁਝ ਜਾਣਦੇ ਹਨ, ਇਹਨਾਂ ਦੇ ਪਿਛੋਕੜ ਨੂੰ ਵੀ ਜਾਣਦੇ ਹਨ। ਤੋ ਜਦੋਂ ਉਹਨਾਂ ਨੇ ਦਲੀਲ ਨਾਲ ਗੱਲ ਕੀਤੀ, ਬਾਹਮਣ ਨੇ ਕਿਹਾ ਮੈਂ ਤੇ ਬਾਹਮਣੀ ਦੇ ਪੇਟੋਂ ਪੈਦਾ ਹੋਇਆ, ਇਸ ਲਈ ਬਾਹਮਣ ਹਾਂ। ਭਗਤ ਜੀ ਨੇ ਕਿਹਾ ਇਹ ਗੱਲ ਮੰਨਣ ਲਈ ਮੈਂ ਨਹੀਂ ਤਿਆਰ, ਕਿਉਂਕਿ ਗਰਭਵਾਸ ਮੈਂ ਕੁਲ ਨਹੀਂ ਜਾਤੀ। ਮਾਤਾ ਦੇ ਗਰਭ ਵਿੱਚ ਜਦੋਂ ਬੱਚੇ ਦਾ ਵਾਸ ਹੁੰਦਾ, ਉੱਥੇ ਕਿਸੇ ਦੀ ਕੁਲ ਜਾਂ ਜਾਤੀ ਕੋਈ ਇਹਦਾ ਵਰਣਨ ਨਹੀਂ ਹੈ। ਇਹ ਤਾਂ ਮਾਤਾ ਹੀ ਦੱਸਦੀ ਹੈ ਕਿ ਤੇਰਾ ਪਿਤਾ ਬ੍ਰਾਹਮਣ ਹੈ, ਤੇਰਾ ਪਿਤਾ ਚਮਾਰ ਹੈ, ਤੇਰਾ ਪਿਤਾ ਫਲਾਣਾ ਹੈ। ਗਰਭਵਾਸ ਵਿੱਚ ਕਿਸੇ ਜੀਵ ਦੇ ਮੱਥੇ ਉੱਤੇ ਕੁਝ ਨਹੀਂ ਲਿਖਿਆ। ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਬ੍ਰਹਮ ਬਿੰਦ ਤੇ, ਬਿੰਦ ਕਹੀਏ ਵੀਰਜ, ਵੀਰਜ ਕੀ ਹੈ? ਪਾਣੀ ਹੈ। ਬਾਣੀ ਵਿੱਚ ਇਸ ਦਾ ਵੇਰਵਾ ਵੀ ਆਉਂਦਾ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰਿਆ ਪਾਰਾ। ਉਸ ਪਰਮਾਤਮਾ ਦੇ ਬ੍ਰਹਮ ਬਿੰਦ ਤੇ ਸਭ ਉਤਪਾਤੀ। ਅਸੀਂ ਜਿੰਨੇ ਵੀ ਜੀਵ ਹਾਂ, ਸਭ ਦੀ ਉਤਪਤੀ ਉਸ ਬ੍ਰਹਮ ਬਿੰਦ ਤੋਂ ਹੋਈ ਹੈ। ਇਸ ਲਈ ਕਿਸੇ ਦੇ ਮੱਥੇ ਉੱਤੇ ਕੋਈ ਜਾਤ ਨਹੀਂ ਲਿਖੀ ਹੋਈ। ਭਗਤ ਜੀ ਨੇ ਜਦੋਂ ਇਹ ਗੱਲ ਕਹੀ ਤੇ ਪੰਡਤ ਜੀ ਦੇ ਤੋਤੇ ਉੱਡ ਗਏ, ਕਿਉਂਕਿ ਪੰਡਤ ਜੀ ਨੂੰ ਤੇ ਉਹਨਾਂ ਨੂੰ ਆਪਣੇ ਸ਼ਾਸਤਰਾਂ ਉੱਤੇ ਮਾਣ ਹੈ, ਆਪਣੇ ਵੇਦਾਂ ਉੱਤੇ ਮਾਣ ਹੈ, ਆਪਣੀਆਂ ਕਹਾਣੀਆਂ ਤੇ ਮਾਣ ਹੈ। ਪਰ ਭਗਤ ਕਬੀਰ ਜੀ ਬ੍ਰਹਮ ਗਿਆਤਾ ਹਨ, ਉਹ ਤੇ ਭਲੀ ਭਾਂਤ ਜਾਣਦੇ ਹਨ ਕਿ ਇਹਨਾਂ ਨੇ ਇੱਕ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ ਬਣਾਇਆ ਹੋਇਆ। ਪੰਡਤ ਜੀ ਨੂੰ ਕੋਈ ਜਵਾਬ ਨਹੀਂ ਸੀ। ਭਗਤ ਜੀ ਨੇ ਕਿਹਾ ਤੁਸੀਂ ਮੇਰੀ ਸ਼ੰਕਾ ਨਿਵਰਤ ਕਰੋ। ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਜਨਮ ਮਤ ਖੋਏ। ਆਪਣੇ ਆਪ ਨੂੰ ਬਾਹਮਣ ਕਹਿ ਕੇ ਆਪਣਾ ਜਨਮ ਨਾ ਗਵਾਓ, ਬਲਕਿ ਅਸਲੀਅਤ ਵਿੱਚ ਬ੍ਰਾਹਮਣ ਬਣੋ। ਉਹਨਾਂ ਨੇ ਕਿਹਾ ਨਹੀਂ, ਅਸੀਂ ਤੇ ਬ੍ਰਾਹਮਣਾਂ ਦੀ ਕੁਲ ਵਿੱਚੋਂ ਹਾਂ, ਸਾਡਾ ਪਿਤਾ ਬ੍ਰਾਹਮਣ ਹੈ, ਸਾਡੀ ਮਾਂ ਬ੍ਰਾਹਮਣੀ ਹੈ। ਭਗਤ ਜੀ ਨੇ ਆਖਿਆ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ। ਬਈ ਜੇ ਤੂੰ ਮੰਨ ਲਿਆ ਬ੍ਰਾਹਮਣ ਹੈ ਤੇ ਬ੍ਰਾਹਮਣੀ ਤੋਂ ਪੈਦਾ ਹੋਇਆ, ਤਾਂ ਉਹ ਆਨ ਬਾਟ ਕਾਹੇ ਨਹੀਂ ਆਇਆ। ਆਨ ਦਾ ਮਤਲਬ ਹੈ ਹੋਰ, ਬਾਟ ਮੈਨਾਂ ਰਸਤਾ। ਤੂੰ ਹੋਰ ਰਸਤੇ ਤੋਂ ਕਿਉਂ ਨਹੀਂ ਆਇਆ? ਸਾਰੀ ਸ੍ਰਿਸ਼ਟੀ ਦੇ ਜੀਵ ਜਿਹੜੇ ਰਸਤੇ ਤੋਂ ਜਨਮ ਲੈਂਦੇ ਨੇ, ਤੂੰ ਵੀ ਉਸੇ ਰਸਤੇ ਤੋਂ ਲਿਆ। ਫਿਰ ਤੈਨੂੰ ਕੋਈ ਹੋਰ ਰਸਤਾ ਅਪਣਾਉਣਾ ਚਾਹੀਦਾ ਸੀ। ਤਾਂ ਆਨ ਬਾਟ ਕਾਹੇ ਨਹੀਂ ਆਇਆ। ਦੇਖੋ ਕੈਸੀ ਅਟਲ ਸੱਚਾਈ ਬਿਆਨ ਜੀ ਕੀਤੀ ਭਗਤ ਜੀ ਨੇ। ਇਹਦਾ ਉੱਤਰ ਕਿਸੇ ਬ੍ਰਾਹਮਣ ਕੋਲ ਨਹੀਂ, ਕਿਸੇ ਉੱਚੀ ਜਾਤ ਵਾਲੇ ਕੋਲ ਨਹੀਂ। ਇਸ ਲਈ ਸਾਨੂੰ ਇਸ ਭੁਲੇਖੇ ਵਿੱਚੋਂ ਨਿਕਲਣਾ ਚਾਹੀਦਾ ਔਰ ਸਾਰੀ ਸ੍ਰਿਸ਼ਟੀ ਦੇ ਨਾਲ ਇੱਕੋ ਜਿਹਾ ਪਿਆਰ ਕਰਨਾ ਚਾਹੀਦਾ। ਭਗਤ ਜੀ ਦਾ ਇਹ ਸਵਾਲ ਸੁਣ ਕੇ ਬ੍ਰਾਹਮਣ ਦੀ ਬੋਲਤੀ ਬੰਦ ਹੋ ਗਈ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਤੈਨੂੰ ਉਸ ਰਸਤੇ ਤੋਂ ਜਨਮ ਨਹੀਂ ਲੈਣਾ ਚਾਹੀਦਾ ਸੀ, ਤੈਨੂੰ ਕੋਈ ਵੱਖਰਾ ਰਸਤਾ ਅਪਣਾਉਣਾ ਚਾਹੀਦਾ ਸੀ। ਉਹਨੇ ਆਖਿਆ ਨਹੀਂ, ਮੈਂ ਬ੍ਰਾਹਮਣ ਹਾਂ, ਬ੍ਰਾਹਮਣ ਦਾ ਬਿੰਦ ਤੋਂ ਪੈਦਾ। ਭਗਤ ਜੀ ਨੇ ਕਿਹਾ ਆਓ ਦੇਖਦੇ ਹਾਂ ਤੁਹਾਡੇ ਸਰੀਰ ਵਿੱਚੋਂ ਲਹੂ ਨਿਕਲਦਾ ਕਿ ਦੁੱਧ ਨਿਕਲਦਾ। ਭਗਤ ਜੀ ਨੇ ਛੁਰੀ ਮੰਗਾ ਲਈ, ਕਹਿਣ ਲੱਗੇ ਹੁਣ ਤੁਹਾਡਾ ਸਰੀਰ ਕੱਟ ਕੇ ਦੇਖਦੇ ਹਾਂ, ਇਹਦੇ ਵਿੱਚੋਂ ਲਹੂ ਨਿਕਲਦਾ ਕਿ ਦੁੱਧ ਨਿਕਲਦਾ, ਜਾਂ ਸਾਡੇ ਸਰੀਰ ਵਿੱਚੋਂ ਲਹੂ ਨਿਕਲਦਾ ਜਾਂ ਦੁੱਧ ਨਿਕਲਦਾ। ਲਹੂ ਸਾਰਿਆਂ ਵਿੱਚੋਂ ਨਿਕਲੇਗਾ ਔਰ ਲਹੂ ਦੀ ਕੋਈ ਪਛਾਣ ਨਹੀਂ ਹੈਗੀ
कि ये ब्राह्मण का है या ये वैश्य का है या खतरी का है या शूद्र। तुम कत ब्राह्मण हम कत सूद। आख्या फिर दसो किमें तुसी ब्राह्मण बने और असी किमें शूद्र बने। हम कत लोहू तुम कत दूध। असी लोहू किमें बन गए तुसी दुध किमें बन गए। एहो जे भुलेखे ना पाओ, ਇਹੋ ਜਿਹੇ ਭਰਮ ਲੋਕਾਂ ਵਿੱਚ ਪਾ ਕੇ ਵੰਡੀਆਂ ਨਾ ਪਾਓ। ਦੇਖੋ ਸ਼ਬਦ ਤੇ ਹੈ ਬੜਾ ਸਰਲ, ਜੇ ਪ੍ਰੇਮ ਨਾਲ ਧਿਆਨ ਨਾਲ ਪੜਾਂਗੇ ਸੁਣਾਂਗੇ ਸਮਝਾਂਗੇ ਤਾਂ ਸਾਡਾ ਭੁਲੇਖਾ ਦੂਰ ਹੋ ਜਾਏ। ਪਰ ਜੇ ਅਸੀਂ ਸਿਰਫ ਇਹਨੂੰ ਉਤੋਂ ਉਤੋਂ ਲੈ ਕੇ ਨਜ਼ਰ ਫੇਰ ਜਾਵਾਂਗੇ ਫਿਰ ਕੁਝ ਪੱਲੇ ਨਹੀਂ ਪਵੇ। ਮੈਂ ਦੇਖਦਾ ਕਿ ਅੱਜ ਸਾਡੇ ਸੰਸਾਰ ਦੇ ਅੰਦਰ ਇਹ ਰਾਜਨੀਤਿਕ ਲੋਕ ਜਿਹੜੇ ਨੇ ਇਹ ਵੋਟਾਂ ਵੇਲੇ ਇਹੋ ਜਿਹੇ ਭੁਲੇਖੇ ਪੈਦਾ ਕਰਕੇ ਲੋਕਾਂ ਨੂੰ ਲੜਾਉਂਦੇ ਹਨ, ਲੋਕਾਂ ਨੂੰ ਵੰਡੀਆਂ ਵਿੱਚ ਪਾਉਂਦੇ ਹਨ। ਸਿਰਫ ਆਪਣੀਆਂ ਵੋਟਾਂ ਲਈ ਇਹ ਲੋਕਾਂ ਨੂੰ ਗਲਤ ਮਾਰਗ 'ਤੇ ਪਾਉਂਦੇ ਹਨ। ਪਰ ਜਿਹੜਾ ਗੁਰਮਤਿ ਦਾ ਸਿਧਾਂਤ ਹੈ, ਜਿਹੜਾ ਭਗਤੀ ਭਾਵ ਦਾ ਮਾਰਗ ਹੈ, ਉਹ ਇਹਨਾਂ ਸਾਰੀਆਂ ਗਲਤ ਰਵਾਇਤਾਂ ਨੂੰ ਚੈਲੰਜ ਕਰਦਾ। तुम कत ब्राह्मण हम कत सूद, हम कत लोहू तुम कत दूध। तो इन्हां गल्लां दा कोई किसी को जवाब होवे तो दसो। ब्राह्मण कहन लगे इहदा मतलब तुहाडे ख्याल विच कोई ब्राह्मण है ही नहीं। भगत जी ने कहा नहीं हैगा। कौन है ब्राह्मण? कहो कबीर जो ब्रह्म विचार है। कबीर जी ने आख्या ਜਿਹੜਾ ब्रह्म ਦੀ विचार करे, ਜਿਹੜਾ ਇਹਨਾਂ जातां पातां ਤੋਂ ਉੱਚਾ ਉੱਠ ਕੇ ਸਾਰਿਆਂ ਵਿੱਚ ਵਿਆਪਕ परमात्मा ਨੂੰ ਦੇਖਣਾ करे। कहो कबीर जो ब्रह्म विचारे सो ब्राह्मण कहियत है हमारे। बई साडे ਤਾਂ ਮਤ ਵਿੱਚ ਉਹਨੂੰ ब्राह्मण ਕਿਹਾ ਜਾਂਦਾ। ਹੁਣ ਉਹ ਸਾਰੀ ਗੱਲ ਖੁੱਲ ਗਈ। तो अज सानू लोड़ है कि गुरबाणी दे इस सिद्धांत नू आप समझिए ते संसार दे लोकां नू समझाइए। गुरबाणी ने इस गल नू समझिया और इसे वास्ते इन्हां सारियां जातां पातां ते वर्ण वंडां नू मेट दिता ते सानू एक रूप बनाया ते ऐलान कर दिता सब गोबिंद है, सब गोबिंद है, गोबिंद बिन नहीं कोई। आख्या गोबिंद तो बिना कोई नहीं। भगत कबीर जी की कितनी बाणी पढ़ो। लोगा भरम ना भूलो पाई, खालक खलक खलक में खालक, पूर्ण हो सब ठाई। माटी एक अनेक भांत कर, साजी साज नहारे। ना कछ पोच माटी के भांडे, ना कछ पोच कुम्हारे। सब में एको सच्चा सोई। भाई सारियां विच वो एक सच्चा है। गुरु नानक पातशाह ने फरमाया एक पिता एक अस के हम बारिक। साडा सब दा पिता एक है, असी सारे उस एक दे बच्चे। हुण जे एक पिता दे पुत्र जिहड़े ने वो तां भरा भरा होणगे, उन्हां विच इस वर्ण वंड दी दीवार खड़ी करन दी की लोड़ है। तां ही भाई गुरदास जी ने कहा चार वर्ण चार मजहबां। बाबे नानक ने इन्हां सारे वितकरियां नूं तोड़ दिता और सारे संसार के अंदर विचर के उन्होंने सबनों एक परमात्मा की संतान दसिया। ना उन्होंने किसी हिंदू तीरथ ते जाण तो नफरत की, ना किसी मुसलमाना दे तीरथ तो, बल्कि हर धर्म के तीरथ ते जाके लोकां नूं इह समझाउण दा यतन कीता कि इन्हां वितकरियां तो उच्चे उठो,
ਅਤੇ ਇੱਕ ਐਸਾ ਸਮਾਜ ਬਣਾਓ ਜਿਸ ਨੂੰ ਗੁਰੂ ਸਾਹਿਬ ਨੇ ਸਾਧ ਸੰਗਤ ਕਿਹਾ। ਤੇ ਸਾਧ ਸੰਗਤ ਵਿੱਚ ਕੋਈ ਕਿਸੇ ਨੂੰ ਹੱਕ ਨਹੀਂ ਕਿ ਕੋਈ ਕਿਸੇ ਦੀ ਜ਼ਾਤ ਪੁੱਛੇ, ਕੋਈ ਕਿਸੇ ਦੀ ਬਰਾਦਰੀ ਪੁੱਛੇ। ਇਸੇ ਲਈ ਸੰਗਤ ਤੇ ਪੰਗਤ ਦਾ ਜਿਹੜਾ ਸਿਧਾਂਤ ਹੈ ਉਹਨੂੰ ਸਾਨੂੰ ਤਕੜੇ ਹੋ ਕੇ ਪੱਕਿਆਂ ਕਰਨਾ ਚਾਹੀਦਾ। ਅੱਜ ਕਈ ਬਾਬੇ ਜੋ ਆਪਣੇ ਆਪ ਨੂੰ ਬ੍ਰਹਮ ਗਿਆਨੀ ਵੀ ਅਖਵਾਉਂਦੇ ਨੇ, ਪਰ ਸ਼ੂਦਰਾਂ ਲਈ ਵੱਖਰੀਆਂ ਪੰਗਤੀਆਂ ਲਵਾਉਂਦੇ ਨੇ, ਉਹਨਾਂ ਲਈ ਵੱਖਰੇ ਬਰਤਨ ਰੱਖੇ ਹੋਏ ਨੇ, ਉਹ ਸਿੱਖੀ ਦੇ ਸਿਧਾਂਤ ਤੋਂ ਬੇਮੁਖ ਨੇ ਔਰ ਉਹਨਾਂ ਨੂੰ ਮੰਨਣ ਵਾਲੇ ਵੀ ਬੇਮੁਖ ਹੋ ਰਹੇ ਨੇ। ਤਾਂ ਭਗਤ ਕਬੀਰ ਜੀ ਦਾ ਇਹ ਸ਼ਬਦ ਸਾਨੂੰ ਚੰਗੀ ਤਰ੍ਹਾਂ ਕੰਠ ਵੀ ਕਰਨਾ ਚਾਹੀਦਾ, ਇਹਦੇ ਅਰਥ ਵੀ ਸਮਝਣੇ ਚਾਹੀਦੇ ਨੇ ਔਰ ਇਹਨਾਂ ਸਾਰਿਆਂ ਭੁਲੇਖਿਆਂ ਤੋਂ ਬਚਣਾ ਚਾਹੀਦਾ। ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕੌਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਖੋਏ। ਰਾਓ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਤ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਤੋ ਸ਼ਬਦ ਨੂੰ ਪੜ੍ਹੀਏ, ਵਿਚਾਰੀਏ ਔਰ ਭਗਤ ਜੀ ਨੇ ਜੋ ਸਿੱਖਿਆ ਦਿੱਤੀ ਹੈ ਉਹਨੂੰ ਆਪਣੇ ਜੀਵਨ ਵਿੱਚ ਧਾਰੀਏ, ਇਹਦਾ ਪ੍ਰਚਾਰ ਕਰੀਏ ਔਰ ਸਾਰਿਆਂ ਨਾਲ ਪਿਆਰ ਕਰੀਏ। ਇਹ ਜਿਹੜੀਆਂ ਨਫ਼ਰਤ ਦੀਆਂ ਕੰਧਾਂ ਹਨ ਇਹਨਾਂ ਨੂੰ ਤੋੜ ਦਈਏ ਅਤੇ ਇੱਕ ਅਕਾਲ ਪੁਰਖ ਦੇ ਬੱਚੇ ਬਣ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।